सिक्के दे दो पहलू मैदान च आउंदे आ, कुश्ती कबड्डी। ਇਹ ਬੰਦੇ ਉਹ ਨੇ ਜਿਹੜੇ 2016 ਤੋਂ ਪਹਿਲਾਂ ਜਦੋਂ ਇਹ ਐਡੀ ਵੱਡੀ ਦੁਖਦਾਈ ਘਟਨਾ ਹੋਈ, ਇਹ ਉਸ ਪਾਰਟੀ ਦੇ ਸਭ ਤੋਂ ਵੱਡੇ ਚਿਹਰੇ ਸੀ ਬੀਜੇਪੀ ਅਕਾਲੀ ਦਲ ਦੇ। ਚੱਕ ਦਿਆਂਗੇ, ਸ਼ੇਰ ਹੋਏ, ਹੋਏ ਫਲਾਨਾ ਹੋਏ, ਤੇ ਸ਼ਾਮ ਨੂੰ ਫਾਰਮ ਹਾਊਸ ਦੇ ਉੱਤੇ ਜਾ ਕੇ ਜੱਫੀਆਂ ਤੇ ਜਸ਼ਨ। ਤੇ ਚੰਗੇ ਕੰਮ ਵੀ ਲੱਗਦੇ ਆ ਉਹਨਾਂ ਤੇ, ਮਾੜੇ ਕੰਮ ਵੀ ਲੱਗਦੇ ਆ। ਇਹ ਨਹੀਂ ਹੁੰਦਾ ਵੀ ਜਦੋਂ ਹੁਣ ਪੂਰਾ ਟਾਈਮ ਉਹਦਾ ਹੋ ਜਾਏ ਤੇ ਛਾਲ ਮਾਰ ਕੇ ਦੂਜੇ ਪਾਸੇ ਭੱਜੋ। ਇਹ ਕਿਵੇਂ ਹੋ ਸਕਦਾ? ਇਸ ਕਰਕੇ ਪਹਿਲਾਂ ਵੀ ਤੁਸੀਂ ਉਹਨਾਂ ਨਾਲ ਰਹੇ ਤੇ ਜਦੋਂ ਦੇਖਿਆ ਲੋਕਾਂ ਦਾ ਹਾਲ ਕਿੱਧਰ ਨੂੰ ਆ, ਉਸ ਕਿਸ਼ਤੀ ਤੋਂ ਛਾਲ ਮਾਰ ਗਏ। ਇਹ ਮਿਲ ਕੇ ਖੇਡਦੇ ਆ, ਫ੍ਰੈਂਡਲੀ ਮੈਚ ਖੇਡਦੇ ਆ। ਇਹਨਾਂ ਦੀ ਅੰਦਰ ਦੀ ਬਾਤ ਹੈ। ਦੇਖੋ, ਬੜੀਆਂ ਜਿਹੜੀਆਂ ਗੱਲਾਂ ਨੇ ਉਹ ਪਿਛਲੇ ਦਿਨਾਂ 'ਚ ਖਾਸ ਤੌਰ ਤੇ ਪੰਜਾਬ ਦੇ ਨਾਲ ਸੰਬੰਧਿਤ ਨੇ, ਜਿਹੜੀਆਂ ਉਹ ਵੱਖ-ਵੱਖ ਗੱਲਾਂ ਆਈਆਂ ਤੇ ਕਈ ਐਸੀਆਂ ਅਹਿਮ ਗੱਲਾਂ ਨੇ ਜਿਹਦੇ ਉੱਤੇ ਮੈਂ ਸਮਝਦਾ ਕੱਲਾ ਇੱਕ ਪਾਸਾ ਨਹੀਂ, ਉਹਦੇ ਪਿੱਛੇ ਅਲੱਗ-ਅਲੱਗ ਗੱਲਾਂ ਨੇ ਜਿਹੜੀਆਂ ਉਹ ਲੋਕਾਂ ਦੇ ਕੋਲ ਜਾਣੀਆਂ ਚਾਹੀਦੀਆਂ, ਆਉਣੀਆਂ ਚਾਹੀਦੀਆਂ। ਦੇਖੋ, ਮੈਂ ਇੱਕ ਗੱਲ ਮੈਂ ਜ਼ਰੂਰ ਮੰਨਦਾ ਵੀ ਜਿੱਥੇ ਸਾਡੀ ਕਮੀ ਰਹੀ ਆ, ਦੇਖੋ ਇੱਕ ਸਰਕਾਰ ਹੁੰਦੀ ਆ, ਸਰਕਾਰ ਦੇ ਵਿੱਚ ਜਦੋਂ ਕੋਈ ਵੀ ਆਪਾਂ ਐਸਆਈਟੀ ਬਣਾਤੀ, ਐਸਆਈਟੀ ਬਣਾਉਣ ਤੋਂ ਬਾਅਦ ਉਹਦੇ ਮੈਂਬਰ ਲੱਗ ਗਏ ਤੇ ਉਹ ਵੀ ਇੰਨੀ ਅਹਿਮ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਾਮਲਾ ਜਿਹੜਾ ਹੈ ਉਹਦੇ ਉੱਤੇ ਜਾਂਚ ਹੋਵੇ ਤੇ ਇਹ ਗੱਲਾਂ ਕਿਉਂ ਆਉਣ, ਇਹ ਕਿਹਦੀ ਕਮੀ ਆ? ਇਹ ਜ਼ਰੂਰ ਆਫੀਸਰ ਖਾਸ ਤੌਰ ਤੇ ਮੁੱਖ ਮੰਤਰੀ ਤਾਂ ਹੈਡ ਕਰਦੇ ਹੀ ਕਰਦੇ ਆ ਸਾਰਾ ਕੁਝ ਨੂੰ, ਪਰ ਸੰਬੰਧਿਤ ਆਫੀਸਰ ਚਾਹੇ ਉਹ ਡੀਜੀਪੀ ਹੋਣ ਚਾਹੇ ਉਹ ਹੋਰ ਕੋਈ ਹੋਣ, ਉਹ ਇਹ ਗੱਲ ਆਪਾਂ ਨੂੰ ਐਡੀਆਂ ਵੱਡੀਆਂ ਆਪਾਂ ਸਰਕਾਰਾਂ ਚਲਾਉਂਦੇ ਅੱਜ ਆਪਾਂ ਇਹ ਗੱਲ ਕਹਿ ਰਹੇ ਆ ਕੋਰਟ ਵੀ ਇਹਦੇ ਉੱਤੇ ਜੀ ਕੱਲੇ ਐਸਆਈਟੀ ਦੇ ਇੱਕ ਮੈਂਬਰ ਦੀ ਉਹਦੇ ਸਾਈਨ ਨੇ, ਤੁਸੀਂ ਰਿਪੋਰਟ ਕਿਉਂ ਜਾਣ ਦਿੱਤੀ ਜੀ ਕੱਲੇ ਸਾਈਨ ਤੇ ਉਹਨਾਂ ਦੀ? ਇਹ ਜ਼ਿੰਮੇਵਾਰੀ ਕਿਹਦੀ ਬਣਦੀ ਹੈ? ਇਹ ਜ਼ਿੰਮੇਵਾਰੀ ਸਾਡੀ ਹੈ। ਜਿਹੜੇ ਚਾਹੇ ਇਹਦੇ ਵਿੱਚ ਐਸਐਸਪੀ ਰੈਂਕ ਦੇ, ਚਾਹੇ ਡੀਜੀਪੀ ਰੈਂਕ ਦੇ, ਚਾਹੇ ਐਸਪੀ ਰੈਂਕ ਦੇ ਜਿਹੜੇ ਵੀ ਮੈਂਬਰ ਸੀ, ਉਹ ਕਿਉਂ ਮੈਂਬਰ ਪਿੱਛੇ ਹਟੇ? ਉਹਨਾਂ ਦੇ ਸਾਈਨ ਕਿਉਂ ਨਹੀਂ ਤੁਸੀਂ ਕਰਵਾਏ? ਦੂਜੀ ਗੱਲ, ਇਹ ਤਾਂ ਹੀ ਮੈਂ ਕਹਿਣਾ ਨਾ ਵੀ ਇਹਦੇ ਉੱਤੇ ਬਹੁਤ ਲਾਜ਼ਮੀ ਇਨਕੁਆਇਰੀ ਹੋਣੀ ਚਾਹੀਦੀ ਹੈ। ਹਰ ਇਹ ਆਫੀਸਰ ਜਾਂ ਤਾਂ ਗੱਲ ਆ ਜਿਹੜੀ ਉਹ ਪਹੁੰਚਾਉਂਦੇ ਨਹੀਂ ਰਹੇ ਕਿਤੇ ਨਾ ਕਿਤੇ, ਜਿਹੜੀ ਅਸੀਂ ਕਹਿੰਦੇ ਆ ਇਹਨਾਂ ਦੇ ਉੱਤੇ ਮੈਂ ਸਮਝਦਾ ਸਭ ਤੋਂ ਵੱਡੀ ਇਨਕੁਆਇਰੀ ਇਹਨਾਂ ਤੇ ਮਾਰਕ ਹੋਣੀ ਚਾਹੀਦੀ ਹੈ। ਬਈ ਇਹ ਜਦੋਂ ਇੱਕ ਡਿਸਪਲਿਨਡ ਫੋਰਸ ਆ, ਐਸਆਈਟੀ ਮੀਨਸ ਅਧੀਨ ਡੀਜੀਪੀ, ਜਦੋਂ ਵੀ ਕੋਈ ਕੋਰਟ ਦੇ ਵਿੱਚ ਚੀਜ਼ ਜਾਂਦੀ ਆ ਉਦੋਂ ਪਹਿਲਾਂ ਜਿਹੜੇ ਵੀ ਉਹ ਆਈਜੀ ਰੈਂਕ ਦੇ ਆਫੀਸਰ, ਉਹ ਡੀਜੀਪੀ ਨੂੰ ਰਿਪੋਰਟ ਕਿਉਂ ਨਹੀਂ ਉਹਨਾਂ ਨਾਲ ਸਾਂਝੀ ਕੀਤੀ? ਕਿਉਂ ਨਹੀਂ ਉਹਨਾਂ ਨੇ ਇਹ ਦੱਸਿਆ ਵੀ ਬਾਕੀ ਮੈਂਬਰ ਸਾਈਨ ਨਹੀਂ ਕਰ ਰਹੇ? ਜੇ ਬਾਕੀ ਮੈਂਬਰ ਇਹਨਾਂ ਨਾਲ ਨਹੀਂ ਸਹਿਮਤ ਸੀ ਤਾਂ ਫਿਰ ਕਿਉਂ ਨਾ ਐਸਆਈਟੀ ਦੇ ਮੈਂਬਰ, ਇਹ ਜਿਹੜੇ ਆਈਜੀ ਨੇ, ਇਹ ਕਿਉਂ ਨਾ ਬਦਲੇ ਜਦੋਂ ਬਾਕੀ ਇਹਨਾਂ ਨਾਲ ਸਹਿਮਤ ਨਹੀਂ ਸੀ? ਅੱਜ ਇਹ ਸਾਰੀਆਂ ਗੱਲਾਂ ਸਾਹਮਣੇ ਆ ਰਹੀਆਂ ਵੀ ਜਾਂ ਇਹਨਾਂ ਨੇ ਸਾਈਨ ਕਰਵਾਏ ਨਹੀਂ ਜਾਂ ਉਹਨਾਂ ਨੇ ਸਾਈਨ ਕੀਤੇ ਨਹੀਂ। ਇਹ ਦੇਖਣਾ ਕੰਮ ਤਾਂ ਆਪਣਾ ਸੀ। ਅੱਜ ਉਂਗਲੀਆਂ ਚੱਕ ਰਹੇ ਆ, ਅੱਜ ਉਹ ਜਿਹੜੇ ਦੋਸ਼ੀ ਉਹ ਇਸ ਐਸਆਈਟੀ ਨੂੰ ਇਹ ਕਹਿਣ ਵੀ ਇਹ ਕਾਂਗਰਸ ਦੀ ਐਸਆਈਟੀ ਹੈ। ਉਹ ਬਈ ਜਿਹਦੀ ਵੀ ਸਰਕਾਰ ਹੋਏਗੀ ਐਸਆਈਟੀ ਤਾਂ ਉਹੀ ਬਣਾਏਗਾ, ਉਹੀ ਮੁੱਖ ਮੰਤਰੀ ਉਹ ਬਣਾਏਗਾ, ਜਿਹਦੀ ਵੀ ਗਵਰਨਮੈਂਟ ਹੋਏਗੀ, ਚਾਹੇ ਉਹ ਜਸਟਿਸ ਰਣਜੀਤ ਸਿੰਘ ਕਮਿਸ਼ਨ ਸੀ ਚਾਹੇ ਐਸਆਈਟੀ ਹੋਵੇ। ਤੇ ਇਸ ਕਰਕੇ ਇਹ ਮੌਕਾ ਕਿਉਂ ਦਿੱਤਾ ਤੇ ਜਿਨ੍ਹਾਂ ਨੇ ਦਿੱਤਾ, ਮੈਂ ਇਹ ਮੰਗ ਕਰਦਾ ਵੀ ਸਭ ਤੋਂ ਪਹਿਲਾਂ ਤਾਂ ਉਹਨਾਂ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਆ। ਕਿਉਂ ਨਹੀਂ ਇਹ ਗੱਲ ਚੈੱਕ ਕੀਤੀ ਗਈ ਵੀ ਕੀ ਡਿਫਰੈਂਸਿਸ ਆ ਰਹੇ ਆ, ਕਿਉਂ ਡਿਫਰੈਂਸਿਸ ਆ ਰਹੇ ਨੇ? ਕਿਉਂ ਇੱਕ ਅਫਸਰ ਆ ਜਿਹੜਾ ਉਹ ਸਾਰਿਆਂ ਨੂੰ ਨਾਲ ਲੈ ਕੇ ਨਹੀਂ ਚੱਲ ਰਿਹਾ? ਜੇ ਨਹੀਂ ਨਾਲ ਲੈ ਕੇ ਚੱਲ ਰਿਹਾ ਤਾਂ ਬਦਲਿਆ ਕਿਉਂ ਨਹੀਂ ਗਿਆ? ਦੂਜੀ ਗੱਲ, ਅੱਜ ਮੈਨੂੰ ਇਹ ਦੱਸੋ, 9 ਜਿਮਨੀਆਂ ਉਹਨੇ ਜਿਹੜੀਆਂ ਫਾਈਲ ਕੀਤੀਆਂ ਕੋਰਟ 'ਚ, ਜਿਨ੍ਹਾਂ ਨੇ ਹਾਈ ਕੋਰਟ ਨੇ ਇਹ ਕਹਿਤਾ ਵੀ ਇਹ ਸਭ ਖਾਰਿਜ, ਤੇ 10ਵੀਂ ਜਿਹੜੀ ਜਿਮਨੀ ਆ ਜਿਹਦੇ ਵਿੱਚ ਉਹ ਕਹਿ ਰਹੇ ਆ ਵੀ ਬਾਦਲਾਂ ਦੇ ਨਾਂ ਨੇ, ਉਹ ਪੁਲਿਸ ਦੇ ਕੋਲ ਤਾਂ ਹੈ,
ਉਹ ਬੇਸ਼ੱਕ ਤੁਸੀਂ ਕੋਰਟ 'ਚ ਨਹੀਂ ਦਿੱਤੀ, ਪਰ ਤੁਹਾਡੇ ਕੋਲ ਤਾਂ ਰਿਪੋਰਟ ਹੈਗੀ ਆ, ਉਹ ਤੁਸੀਂ ਉਹਨੂੰ ਜਨਤਕ ਕਰੋ। ਉਹ ਤਾਂ ਕੋਰਟ ਪ੍ਰਾਪਰਟੀ ਨਹੀਂ ਗੀ। ਜਿਹੜੀ ਇਹ SIT ਨੇ, ਕੁਮਰ ਵਿਜੇ ਪ੍ਰਤਾਪ ਦੀ SIT ਨੇ ਜਿਹੜੀ 10ਵੀਂ ਜਿਮਨੀ ਆਖਰੀ ਰਿਪੋਰਟ ਜਿਹੜੀ ਫਾਈਲ ਕਰਨੀ ਸੀ, ਜਿਹੜੀ ਕਿ ਨਹੀਂ ਹੋਈ, ਉਦੋਂ ਪਹਿਲਾਂ ਹੀ ਖਾਰਿਜ ਕਰਤੀ। ਉਹ ਐਸਾ ਕੀ ਆ ਰਿਪੋਰਟ ਦੇ ਵਿੱਚ ਜਿਹੜੀ ਇਹ ਸਾਰਾ ਕੁਝ ਕੋਰਟ ਨੇ ਉਹ ਉਦੋਂ ਪਹਿਲਾਂ 9 ਦੀਆਂ 9 SIT ਦੀਆਂ ਜਿਮਨੀਆਂ ਹੈ ਜਿਹੜੀਆਂ ਉਹਨੂੰ ਰੱਦ ਕਰਤਾ ਤੇ SIT ਵੀ ਰੱਦ ਕਰਤੀ। ਆਖਰ ਜਿਹੜੀ 10ਵੀਂ ਉਹ ਕਹਿ ਰਹੇ ਆ, ਤੇ 10ਵੀਂ ਤੋਂ ਜਿਹੜੇ ਥੱਲੇ ਆਫੀਸਰ, IG ਦੇ ਆਫੀਸਰ ਥੱਲੇ ਉਹਦੇ ਹੋਰ DSP, ਇੰਸਪੈਕਟਰ, ASI ਬਹੁਤ ਕੰਮ ਕਰ ਰਹੇ ਸੀਗੇ, ਜਿਹੜੇ ਛਾਣਬੀਨ ਕਰ ਰਹੇ ਸੀ। ਉਹ ਜਿਹੜੀ 10ਵੀਂ ਜਿਮਨੀ ਆ ਉਹਨੂੰ ਓਪਨ ਕੀਤਾ ਜਾਵੇ, ਉਹਨੂੰ ਲੋਕਾਂ ਦੇ ਮੂਹਰੇ ਜਨਤਕ ਕੀਤਾ ਜਾਵੇ ਵੀ ਕੀ ਉਹਦੇ ਵਿੱਚ ਸੀ। ਆਖਰ ਕੱਲ ਨੂੰ ਜੇ ਵਿਜੇ ਕੁਮਰ ਪ੍ਰਤਾਪ IG ਆ ਜਿਹੜੇ ਉਹ ਜਨਤਕ ਕਰਨਗੇ ਤਾਂ ਸਾਡੀ ਪੁਲਿਸ, ਸਾਡੀ ਸਰਕਾਰ ਕਿਉਂ ਨਾ ਉਹ 10ਵੀਂ ਜਿਮਨੀ ਨੂੰ ਜਨਤਕ ਕਰੇ? ਇਹ ਦੋ ਚੀਜ਼ਾਂ, ਤੇ ਇਹ ਕਿਵੇਂ ਹੋ ਸਕਦਾ ਹੈ ਤੇ ਕਿਉਂ ਹੋਇਆ? ਇਹ ਜਿਹੜਾ ਸਾਈਨਾਂ ਦਾ ਵਿਵਾਦ ਆ, ਆਖਰ ਇਸੇ ਕਰਕੇ ਹੀ ਇਹ ਗੱਲ ਆ ਜਿਹੜੀ ਕੋਰਟ ਨੇ ਇਹ ਪੁਆਇੰਟ ਤੇ ਜਿਹੜੀ ਆ ਸਾਡਾ ਸਾਰਾ 3.5 ਸਾਲ ਦੀ ਮਿਹਨਤ ਆ ਉਹ ਜਾਇਆ ਚਲੀ ਗਈ। ਤੇ ਕਿਉਂ ਨਹੀਂ ਇਹ ਆਫੀਸਰ ਸਹਿਬਾਨਾਂ ਨੇ ਜਾਂ ਜਿਹੜੇ ਕਾਨੂੰਨੀ ਮਾਹਰ ਸੀ ਜਾਂ ਜਿਹੜਾ ਵੀ ਆਫਿਸ ਸੀਗਾ AG ਦਾ, ਉਹ ਕਿਉਂ ਨਾ CM ਸਾਹਿਬ ਨੂੰ ਇਸ ਗੱਲ ਤੇ ਬਰੀਫ ਕਿਉਂ ਨਾ ਕੀਤਾ? ਕਿਉਂ ਨਾ ਉਹਨਾਂ ਨੇ ਦੱਸਿਆ ਵੀ ਇਹ ਇਕੱਲੇ ਸਾਈਨਾਂ ਨਾਲ ਜਿਮਨੀਆਂ ਜਾ ਰਹੀਆਂ ਜੀ, ਇਹ ਕੋਰਟ 'ਚ ਕਿਤੇ ਨਾ ਕਿਤੇ ਕੱਲ ਨੂੰ ਇਹ ਕੁਐਸਚਨ ਰੇਜ਼ ਹੋ ਸਕਦਾ ਹੈ ਜਿਹੜਾ ਹੋਇਆ। ਇਸ ਕਰਕੇ ਮੈਂਬਰ ਪਹਿਲਾਂ ਦੇਖੇ ਜਾ ਸਕਦੇ ਸੀ, ਚੇਅਰਮੈਨ ਦੇਖਿਆ ਜਾ ਸਕਦਾ ਸੀ। ਇਹ ਕਿਉਂ ਅੱਜ ਮੌਕਾ ਹੈ ਜਿਹੜਾ ਇਹ ਦੋਸ਼ੀ, ਅੱਜ ਜਿਹੜੇ ਦੋਸ਼ੀ ਨੇ ਉਹ ਅੱਜ ਮਖੌਲ ਬਣਾਉਣ ਇਸ ਗੱਲ ਤੇ? ਉਦੋਂ ਬਾਅਦ ਮੈਂ ਗੱਲ ਕਰਨਾ ਚਾਹੁੰਦਾ ਵੀ ਅੱਜ ਸਾਰੇ ਹੀ ਮਿਨਿਸਟਰ ਸਾਹਿਬਾਨਾਂ ਨੂੰ ਜਿਹੜੀ ਕੈਬਨਿਟ ਹੁੰਦੀ ਹੈ, ਕੈਬਨਿਟ ਜਿਹੜੇ ਸਤਿਕਾਰਯੋਗ ਸਾਚੋ ਨੇ ਉਹ ਸਾਡੇ ਵਿੱਚੋਂ, ਉਹ ਆ ਕੇ ਬਿਲਕੁਲ ਇੱਕ ਸਾਫ਼, ਮੁੱਖ ਮੰਤਰੀ ਸਾਹਿਬ ਤਾਂ ਕਰਨਗੇ, ਪਰ ਕਿਤੇ ਨਾ ਕਿਤੇ ਕੈਬਨਿਟ ਦੀ ਵੀ ਜ਼ਿੰਮੇਵਾਰੀ ਆ। ਉਹ ਅੱਜ ਆ ਕੇ ਆਪਣੀ ਸਰਕਾਰ ਦੀ ਜਿਹੜੀ ਛਵੀ ਆ ਉਹਨੂੰ, ਇੱਕ ਇਹਨਾਂ ਦਾ ਜਿਹੜਾ ਫਾਰਮਰ ਕੁਲੀਗ ਆ ਜਿਹੜਾ, ਉਹ ਇੱਕ ਐਡੀ ਵੱਡੀ ਢਾਹ ਹੈ ਜਿਹੜੀ ਉਹ ਹਰ ਗੱਲ ਨੂੰ ਪਿਛਲੇ ਕਈ ਦਿਨਾਂ ਤੋਂ, ਚਾਹੇ ਉਹ ਮੀਡੀਆ 'ਚ ਜਾ ਕੇ ਪ੍ਰੈਸ ਕਾਨਫਰੰਸ ਕਰਕੇ, ਚਾਹੇ ਕਿਵੇਂ ਵੀ ਆ, ਉਹ ਬਹੁਤ ਵੱਡਾ ਨੁਕਸਾਨ ਆ ਜਿਹੜਾ ਉਹ ਕਰ ਰਿਹਾ। 100% ਮੈਂ ਇਸ ਗੱਲ ਨਾਲ ਖੜਾ ਹਾਂ ਅੱਜ ਵੀ ਇਹਦੇ ਵਿੱਚ ਲੈਪਸਿਸ ਹੋਏ ਆ, ਜਿਹੜਾ ਕਿ ਬਰਗਾੜੀ ਦਾ, ਬਹਿਬਲ ਕਲਾਂ ਦਾ, ਕੋਟਕਪੂਰਾ ਦਾ, ਜਿੰਨੇ ਵੀ ਇਹ ਗੁਰੂ ਗ੍ਰੰਥ ਸਾਹਿਬ ਜੀ ਨਾਲ ਤੇ ਖਾਸ ਤੌਰ ਜਿਹੜੇ ਸਿੱਖ ਨੌਜਵਾਨਾਂ ਨਾਲ ਜਿਹੜੇ ਸ਼ਹੀਦ ਹੋਏ ਆ, ਜੁੜੇ ਹੋਏ ਆ, ਉਹ ਅੱਜ ਬਿਲਕੁਲ ਲੋਕ ਇਹ ਕਹਿ ਰਹੇ ਆ, ਮੈਂ ਉਸੇ ਗੱਲ ਤੇ ਖੜਾ ਹਾਂ ਵੀ ਅੱਜ ਲੋਕ ਕਹਿ ਰਹੇ ਆ ਵੀ ਸਾਡੀ ਇਹ ਕਿਤੇ ਨਾ ਕਿਤੇ ਦੇਰੀ ਤੇ ਸਾਡੀ ਨਾਕਾਮੀ ਆ, ਪਰ ਉਹਨੂੰ ਦੂਰ ਕਰਨ ਲਈ ਆਪਾਂ ਰਹਿਣਾ ਤਾਂ ਕਾਂਗਰਸ 'ਚ, ਆਪਾਂ ਕਿਤੇ ਪਾਰਟੀਆਂ ਛੱਡ ਕੇ ਕਿਸੇ ਵਾਂਗੂ ਭੱਜਣਾ ਤਾਂ ਹੈ ਨਹੀਂ। ਤੇ ਇਸ ਕਰਕੇ ਤਕੜੇ ਹੋ ਕੇ ਇਸ ਗੱਲ ਨੂੰ ਆ ਕੇ ਸਾਬਤ ਕਰੋ। ਗੱਲ ਇਕੱਲੇ ਬੰਦੇ ਦੀ ਨਹੀਂ ਕਦੇ ਹੁੰਦੀ। ਸਰਕਾਰਾਂ ਜਿਹੜੀਆਂ ਚੱਲਦੀਆਂ, ਪਾਰਟੀਆਂ ਚੱਲਦੀਆਂ, ਉਹ ਸਾਰੇ ਕਲੈਕਟਿਵ ਡਿਸੀਜਨ ਨਾਲ ਸਾਰਿਆਂ ਨਾਲ ਚੱਲਦੀਆਂ ਏ, ਤੇ ਇੱਕ ਬੰਦੇ ਦੀ ਜ਼ਿੰਮੇਵਾਰੀ ਨਹੀਂ ਕਿਸੇ ਦੀ ਹੋ ਸਕਦੀ। ਇਸ ਗੱਲ ਤੋਂ ਮੈਂ ਬਿਲਕੁਲ ਇਹ ਮੁਨਕਰ ਨਹੀਂ ਹੋ ਸਕਦਾ। ਸਭ ਦੀ ਜ਼ਿੰਮੇਵਾਰੀ ਹੈ। ਜਦੋਂ ਤੁਸੀਂ ਇਲੈਕਸ਼ਨਾਂ ਜਾਣਾ ਹੈ, ਕੱਲ ਨੂੰ ਜਵਾਬਦੇਹੀ ਕੱਲੇ MLA ਦੀ ਹੋਣੀ ਆ ਜਿਹਨੇ ਇਲੈਕਸ਼ਨ ਲੜਨੀ ਹੈ, ਕੱਲੇ ਮੰਤਰੀ ਦੀ ਹੋਣੀ ਹੈ, ਕੱਲੇ ਕਾਂਗਰਸ ਦੇ ਵਰਕਰ ਦੀ ਹੋਣੀ ਹੈ। ਇਸ ਕਰਕੇ ਇਹ ਨਹੀਂ ਆਪਾਂ ਕਹਿ ਸਕਦੇ ਵੀ ਕਿਸੇ ਇਕੱਲੇ ਦੀ ਜ਼ਿੰਮੇਵਾਰੀ ਹੈ। ਜ਼ਿੰਮੇਵਾਰੀ ਹੈ ਤੇ ਸਭ ਦੀ ਆ, ਤੇ ਜ਼ਿੰਮੇਵਾਰੀ ਲੈਣੀ ਵੀ ਸਭ ਨੂੰ ਪਊਗੀ। ਇਸ ਤੋਂ ਕੋਈ ਭੱਜ ਨਹੀਂ ਸਕਦਾ। ਜਿਹੜਾ ਭੱਜਦਾ ਭੱਜ ਜੇ, ਉਹਨਾਂ ਦੀ ਮੈਂ ਗੱਲ ਨਹੀਂ ਕਰਨੀ ਚਾਹੁੰਦਾ, ਪਰ ਦੁੱਖ ਹੁੰਦਾ ਇਹ ਬੰਦੇ ਉਹ ਨੇ ਜਿਹੜੇ 2016 ਤੋਂ ਪਹਿਲਾਂ ਜਦੋਂ ਇਹ ਐਡੀ ਵੱਡੀ ਦੁੱਖਦਾਈ ਘਟਨਾ ਹੋਈ, ਇਹ ਉਸ ਪਾਰਟੀ ਦੇ ਸਭ ਤੋਂ ਵੱਡੇ ਚਿਹਰੇ ਸੀ BJP ਅਕਾਲੀ ਦਲ ਦੇ। ਇਹ ਸਰਦਾਰ ਜੀ ਸਭ ਤੋਂ ਵੱਧ ਜੇ ਕੰਪੇਨ ਕਰਦੇ ਸੀ ਉਹਨਾਂ ਦੇ ਬਾਕੀ ਸਟੇਟਾਂ 'ਚ ਵੀ ਜਾ ਕੇ, ਤਾਂ ਇਹ ਹੁੱਬ ਕੇ ਕਰਦੇ ਸੀ, ਠੋਕੋ ਤਾੜੀ ਕਰਦੇ ਸੀ। 2016 'ਚ ਜਦੋਂ 17 'ਚ ਤਾਂ ਇਲੈਕਸ਼ਨਾਂ ਹੀ ਫਰਵਰੀ 'ਚ ਆ ਗਿਆ, 16 ਨਵੰਬਰ 'ਚ ਇਹਨਾਂ ਨੇ ਕਾਂਗਰਸ ਪਾਰਟੀ 2016 'ਚ ਇਹਨਾਂ ਨੇ ਕਾਂਗਰਸ ਪਾਰਟੀ ਜੁਆਇਨ ਕੀਤੀ ਆ, ਤੇ ਉਦੋਂ ਬਾਅਦ 4.5 ਸਾਲ ਆਪਾਂ ਇੱਧਰ ਰਹੇ, ਹਜੇ ਵੀ ਵਿੱਚ ਹੀ ਆ। ਤੇ ਹੁਣ ਜਦੋਂ ਵੀ ਸਰਕਾਰਾਂ ਜਿਹੜੀਆਂ ਕੰਮ ਕਰਦੀਆਂ, ਉਹਨਾਂ ਦੇ ਚੰਗੇ ਕੰਮ ਵੀ ਲੱਗਦੇ ਆ, ਉਹਨਾਂ ਦੇ ਮਾੜੇ ਕੰਮ ਵੀ ਲੱਗਦੇ ਆ। ਇਹ ਨਹੀਂ ਹੁੰਦਾ ਵੀ ਜਦੋਂ ਹੁਣ ਪੂਰਾ ਟਾਈਮ ਉਹਦਾ ਹੋ ਜਾਏ ਤੇ ਛਾਲ ਮਾਰ ਕੇ ਦੂਜੇ ਪਾਸੇ ਭੱਜੋ। ਇਹ ਕਿਵੇਂ ਹੋ ਸਕਦਾ? ਜ਼ਿੰਮੇਵਾਰੀ ਪੂਰੀ ਟੀਮ ਦੀ 11 ਦੇ 11 ਪਲੇਅਰਾਂ ਦੀ ਹੁੰਦੀ ਹੈ, ਕਿ ਚਾਹੇ ਜਿਹੜੇ ਨਾਲ ਐਕਸਟਰਾ ਬੈਠੇ ਹੁੰਦੇ ਉਹਨਾਂ ਦੀ ਵੀ ਉਨੀ ਜ਼ਿੰਮੇਵਾਰੀ ਹੁੰਦੀ ਹੈ ਹਾਰ ਜਿੱਤ। ਇਹ ਨਹੀਂ ਹੋ ਸਕਦਾ ਵੀ ਬਾਹਰ ਨਿਕਲ ਕੇ ਇਕੱਲਾ
जे हार कह दो कल्ले कप्तान दी ते जित सारिਆਂ ਦੀ ਇਹ नहीं है। इस करके पहला भी तुसी उन्हां नाल रहे ते जदों देखिया लोकां दा हल किधर नूं आ उस किश्ती तो छाल मार गए। ते हुण जदों कांग्रेस पार्टी जिन्हां दी सरकार बनी है, गल तां इह आ भी तुसी इकट्ठे हो के लीडर तां ओह हुंदा, छड्ड के भज्जण वाले नूं लीडर नहीं कहंदे। लीडर ओह हुंदा जिहड़ा विच बह के सारिਆਂ नूं इकट्ठे हो के किस तरीके नाल इस घड़ी चों आपां निकलना, किस तरीके नाल लोकां नूं सच्चाई लोकां दे सामने लैके जानी है। गल तां ओहदी आ, भज्जणा तां बहुत सौखा हुंदा, भज्जदे तां कायर हुंदे आ। ते जदों औखी घड़ी आए ते तुसीं अपने नाल लोकां नूं जोड़ो, MLA मंत्री सब गल करो बैठ के भी हुण इस हो गया जो हो गया, बहुत माड़ा होया। ये सिर्फ होया इस करके भी गल किसी तक पहुंचती नहीं। जे पहुंचती है तो अफसर समान ने जिहड़े वो बहुत ज्यादा, मैं समझदा किते ना किते होर तरह का जिहड़ा वातावरण आ वो जचा के रखते आ। मैं जिवें कहा भी इन्हां ने तो दोबारा सरकार जी दी बन गई, झोला चक के उधर तुर जाना है। इस करके झलनियां तो ये गवर्नमेंट नूं पैंदियां, पोलीटिकल बंदियां नूं पैंदियां। लोग माड़ा किसे सुनिया कदे किसे नूं माड़ा कहंदे हुंदे? लोग अज ये माड़ा कहंदे आ तो पोलीटिकल बंदियां नूं कहंदे आ। नफरत तो पोलीटिकल बंदियां नाल आ, होर किसे नाल नहीं। अफसर तो 40 साल सरकारां देख लो किन्नियां बदलदियां, किन्नियां चलियां जांदियां। फैसला आप लेना पैंदा भी किहड़ा बंदा है मेरी सरकार च, किहड़ा बंदा है जिहड़ा बादलों के गुट तो बादलों नूं फड़ ले। वो बंदा लभना साडा काम सी, ओही पारखू अक वो साडा काम सी बंदे लभणे दी। आ बंदे ने जिहड़े गुरु दे सिख, जिहड़े गुरु दी बेअदबी दा जिहड़ा केस नूं सिरे लाउणगे। पर अज बहुत बंदे रोटियां ओहदियां सेकण दी कोशिश करदे आ। करन दो, आपां नूं ओहदा कोई फर्क नहीं, ना मैनूं कोई फर्क आ। ये बड़ा परमात्मा सच्चाई है जिहड़ी जिहदे नाल जिहड़ा सच्चा बंदा उहदे नाल सच्चाई रहिंदी है। पर भज्जण नाल अज कुछ नहीं बनदा। लोग ओहनूं भी माफ नहीं करनगे जिहड़ा अज विच विचाले छड्ड के पहलां उहनां दे राजभाग च, अज ये कांग्रेस दे राजभाग च आनंद लैके ते फिर हौली हौली निकलदा। फिर इस तरीके नाल माहौल तैयार करना, लोकां नूं इस तरीके नाल भड़काउणा, लोकां नूं इस तरीके नाल उतावला करना भी भाई आ गल आ जिहड़ी मैं तां बहुत चिर दा ਇਹ ਗੱਲਾਂ करदा सी पर मेरी किते वाह नहीं चली। ये नहीं फिर वो लीडर काहदा है जे ਉਹਦੀ वाह ना चले। विच बह के कैबिनेट च बैठे सी जदों जनाब, उदों की करदे सी? जदों पार्टी ਤੁਹਾਨੂੰ हर जगह ते टॉप हाईएस्ट लीडरशिप आ जिहड़ी ਉਹ ਤੁਹਾਡੇ ਨਾਲ ਗੱਲਾਂ ਕਰਦੀ ਸੀ हर वेले। ਤੇ ਇਸ ਕਰਕੇ ਇਹ ਗੱਲਾਂ ਜਿਹੜੀਆਂ ਐ ਇਸੇ ਤਰੀਕੇ ਨਾਲ ਐ ਛੁਟਕਾਰਾ ਨਹੀਂ ਪੈਣਾ। ਤੇ ਸਾਰੇ ਮੇਰੀ ਰਿਕੁਐਸਟ ਆ, MLA ਨੇ ਇਲੈਕਸ਼ਨਾਂ 'ਚ ਲੜਨ ਜਾਣਾ। MLA ਨੇ ਜਿਹੜੇ 117 ਨੇ उदों बाद जिन्हें सब तो पहला फेस करना है, लोगों को फेस करना है। सब तो वध अज असी इस स्थिति लिया के खड़ा करता भी अज वो लोकां च जान किवें ते आपां सारे इकट्ठे होके बैठिए, गलबात करिए किस तरीके नाल अपना, किस तरीके नाल जिहड़ी पंजाब दीयां प्राप्तियां वो लोकां च लैके जाणीआं। वो च बड़ी वड्डी सातों कमी रह गई। असीं भी उहदे विच आ भी जिहड़ा लोकां तक असीं कल्ली कल्ली गल आ जिहड़ी वो लोकां जाके दस नहीं सके भी असीं की कीता। ते इस करके हजे भी साडे कोल 8 महीने का टाइम आ। असीं इहो ਜਿਹੇ ਬੰਦਿਆਂ ਨੂੰ ਛੱਡ ਕੇ ਜਿਹੜੇ ਇਹ ਬਿਆਨਬਾਜ਼ੀ ਕਰਦੇ ਆ, ਆਪ ਹੀ ਜਿਹੜਾ ਮੈਂ ਕਿਉਂ कहना भी बाहर निकल के इस ਵੇਲੇ ਸਾਰੇ कैबिनेट कुलीग दसन भी ये की करदा सी भाई। ਇਹ नहीं कल्ला हुंदा विधान सभा च बोल के पल्ला अड्ड के, उदों बाद तुसीं की रोल अदा कीता है। ते इस करके मूरे होके अज डट के जिन्ना लड़ सकते हो लड़ीए, जिन्ना जूझ सकते हैं जूझीए, क्योंकि आपां लोकां नूं फेस करना। इस करके जिन्ना जल्दी दोबारा जिहड़े डुल्ले हुए बेरां दा कुछ नहीं बिगड़िया। इस करके जल्दी तो जल्दी 8 महीने च जिवें भी करना, नवीं SIT बननी या की बनना, किहड़े अफसर, वो च भी तुहानूं बहुत इस वेले क्योंकि टाइम ऐसा है, बहुत औखे फैसले जिहड़े कौड़े फैसले लैणे पैणगे तां लोकां दे विच दोबारा विश्वास आऊगा। कल्ले शेरो शायरी नाल लोकां नूं सिर्फ लोकां नूं भड़काउणा, लोकां नूं गुमराह करना, उहदे नाल काम नहीं बनना। क्योंकि दोनों पासे राज सत्ता च तुसीं रहोगे, तुसीं आनंद माणिया है। ते मैं दोबारा कहूँगा भी कैप्टन अमरिंदर सिंह दी सरकार, मैं बार बार ये कहा सी भी तुसीं बहुत वड्डा तुहाडा परिवार, वड्डा तुहाडा नौ, सिखां खातर, पंजाबियां खातर तुसीं इस्तीफे दिते। अज छोटी जी
ਇਹ ਜ਼ਿੰਦਗੀ ਆ ਜਿਹਦੇ ਵਿੱਚ ਪ੍ਰਮਾਤਮਾ ਨੇ ਤੁਹਾਨੂੰ ਇੰਨਾ ਕੁਝ ਬਖਸ਼ਿਆ ਹੈ ਤੇ ਹੁਣ ਇਹ ਬਹੁਤ ਵੱਡਾ ਤੁਹਾਡੀ ਕ੍ਰੈਡੀਬਿਲਿਟੀ ਤੇ ਤੁਹਾਡੇ ਤੇ ਬਹੁਤ ਬੜਾ ਇੱਕ ਮੈਂ ਸਮਝਦਾ ਇਹ ਜ਼ਿੰਮੇਵਾਰੀ ਆ ਵੀ ਤੁਸੀਂ ਜਲਦੀ ਤੋਂ ਜਲਦੀ ਸਭ ਨੂੰ ਤੁਸੀਂ ਰਾਜ ਭਾਗ ਦਿੱਤੇ, ਸਭ ਨੂੰ ਤੁਸੀਂ ਮਿਨਿਸਟਰੀਆਂ ਦਿੱਤੀਆਂ, ਸਭ ਨੇ ਤੁਹਾਡੀ ਗੱਲ ਮੰਨੀ। ਪਰ ਅੱਜ ਔਖੇ ਵੇਲੇ ਜਦੋਂ ਔਖੀ ਘੜੀ ਆ, ਅੱਜ ਪਤਾ ਲੱਗੂ ਕੌਣ ਖੜਦਾ, ਕੌਣ ਗੱਲ ਕਰਦਾ ਤੇ ਕਿਸ ਤਰੀਕੇ ਨਾਲ ਇਹ ਕਿਸ਼ਤੀ ਨੂੰ ਆਪਾਂ ਪਾਰ ਲਾਉਨੇ ਆ। ਕਈ ਬੋਲ ਕੌੜੇ ਲੱਗ ਸਕਦੇ ਆ, ਸਖਤ ਲੱਗ ਸਕਦੇ ਆ, ਪਰ ਆਪਣਿਆਂ ਦੇ ਕਹੇ ਫਿਰ ਵੀ ਜਰ ਲਏ ਜਾਂਦੇ ਆ। ਪਰ ਜਦੋਂ ਦੁਸ਼ਮਣ ਵਾਰ ਕਰਦਾ ਏ ਤੇ ਦੁਸ਼ਮਣ ਮੈਂ ਸਮਝਦਾ ਉਹਦੇ ਤੀਰ ਬਿੰਨ ਕੇ ਰੱਖ ਦਿੰਦੇ ਆ। ਅੱਜ ਜਿਹੜੇ ਦੁਸ਼ਮਣ ਨੇ ਉਹ ਹੁਣ 4 ਮਹੀਨੇ 'ਚ ਬਹੁਤ ਕੁਝ ਕਰਨਗੇ, ਬੜੀਆਂ ਗੱਲਾਂ ਕੱਢ ਕੇ ਲਿਆਉਣਾ, ਬੈਠੇ ਰਹਿੰਦੇ ਆ ਤਾਕ ਤੇ ਇਸ ਕਰਕੇ ਉਹ ਬੰਦੇ ਬਿਲਕੁਲ ਸਿਰ ਨਾ ਚੱਕ ਸਕਣ। ਇਹ ਫੈਸਲਾ ਆਪਾਂ ਨੂੰ ਸਾਰਿਆਂ ਨੂੰ ਤੇ ਖਾਸ ਤੌਰ ਤੇ ਕੈਬਨਿਟ ਕੁਲੀਗਸ ਜਿਹੜੇ ਕੈਬਨਿਟ ਮੰਤਰੀ ਨੇ ਉਹ ਮੈਂ ਸਮਝਦਾ ਕੈਪਟਨ ਅਮਰਿੰਦਰ ਸਿੰਘ ਜੀ ਨਾਲ ਬਹਿ ਕੇ ਆਉਣ ਵਾਲੇ ਦਿਨਾਂ 'ਚ ਤਕੜੀ ਰਣਨੀਤੀ ਕਿਸ ਤਰੀਕੇ ਨਾਲ ਕੰਮ ਕਰਨਾ, ਇਸ ਵੇਲੇ ਅਲੱਗ-ਅਲੱਗ ਹੋ ਕੇ ਨਹੀਂ ਇਕੱਠੇ ਹੋ ਕੇ ਬਹਿ ਕੇ ਮੁਕਾਬਲਾ ਕਰਨਾ ਪਊਗਾ। ਜਿਹੜੇ ਸਾਡੇ ਅੰਦਰ ਨੁਕਸਾਨ ਕਰ ਰਹੇ ਆ ਉਹਨਾਂ ਦਾ ਵੀ, ਤੇ ਜਿਹੜੀ ਸੱਚਾਈ ਇਮਾਨਦਾਰੀ ਹੈ ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਦੇ ਕੇਸ ਦੇ ਵਿੱਚ ਉਹ ਕੱਢ ਕੇ ਆਪਾਂ ਲੋਕਾਂ ਦੇ ਮੂਹਰੇ ਰੱਖੀਏ। ਉਸ ਤੋਂ ਬਾਅਦ ਲੋਕਾਂ ਦਾ ਜੋ ਫਤਵਾ ਹੋ ਮਨਜ਼ੂਰ ਹੋ, ਪਰ ਸੱਚ ਕੱਢ ਕੇ ਜਾਣਾ ਪਊ। ਨਹੀਂ ਮੈਂ ਸਮਝਦਾ ਜੋ ਕੁਝ ਅੱਜ ਮੀਡੀਆ 'ਚ ਜੋ ਕੁਝ ਲੋਕ ਆਪਾਂ ਨੂੰ ਸੋਸ਼ਲ ਮੀਡੀਆ 'ਚ ਜੋ ਕੁਝ ਕਹਿ ਰਹੇ ਆ ਉਹ ਮੈਂ ਸਮਝਦਾ ਆਪਣੇ ਸਹਿਣਯੋਗ ਨਹੀਂਗਾ। ਤੇ ਦੂਜੀ ਗੱਲ, ਅਸੀਂ ਸਹੀਏ ਵੀ ਕਿਉਂ? ਅਸੀਂ ਕੋਈ ਗੁਨਾਹ ਕੀਤਾ? ਅਸੀਂ ਕੋਈ ਪਾਪ ਕੀਤਾ? ਉਹਨਾਂ ਦਾ ਕੀਤਾ ਹੋਇਆ ਪਾਪ, ਉਹਨਾਂ ਦੇ ਕੀਤੇ ਹੋਏ ਗੁਨਾਹ ਅਸੀਂ ਆਪਣੇ ਸਿਰ ਤੇ ਕਿਵੇਂ ਲੈ ਲਾਂਗੇ? ਇਹ ਗੱਲ ਮਨਜ਼ੂਰ ਨਹੀਂ। ਉਹਨਾਂ ਦੇ ਸਿਰ, ਉਹਨਾਂ ਦੀ ਸਜ਼ਾ ਉਹਨਾਂ ਨੂੰ ਦੇ ਕੇ ਆਪਾਂ ਨੂੰ ਜਾਣਾ ਪਊਗਾ, ਤਾਂ ਲੋਕਾਂ ਦੇ ਵਿੱਚ ਆਪਾਂ ਜਾ ਸਕਾਂਗੇ। ਇਹੀ ਇਕੱਲੇ ਮੈਂ ਸਮਝਦਾ ਕਾਂਗਰਸ ਦੇ ਵਰਕਰ ਦੀ, ਇਕੱਲੇ ਕਾਂਗਰਸ ਦੇ ਲੀਡਰ ਦੀ ਅੱਜ ਇਹੀ ਹਰੇਕ ਦੀ ਮੰਗ ਆ ਵੀ ਅਸੀਂ ਇਹ ਬਾਦਲਾਂ ਦੇ ਬੋਝ ਆ ਜਿਹੜਾ ਉਹ ਬਿਲਕੁਲ ਅਸੀਂ ਉਹਦੇ ਥੱਲੇ ਭਾਰ ਦੇ ਦਬਣਾ ਨਹੀਂ। ਇਹਨਾਂ ਨੂੰ ਸਜ਼ਾ ਦੇ ਕੇ ਅਸੀਂ ਜਾਣਾ ਤੇ ਲੋਕਾਂ 'ਚ ਸੱਚੇ ਸੁੱਚੇ ਹੋ ਕੇ ਅਗਲੀ ਜਿਹੜੀ ਆ ਆਉਣ ਵਾਲੇ ਦਿਨਾਂ 'ਚ ਜਿਹੜੀ ਇਲੈਕਸ਼ਨ ਤੋਂ ਪਹਿਲਾਂ, ਕਿਉਂਕਿ ਇਲੈਕਸ਼ਨ ਦਾ ਵਰਡ ਮੈਂ ਯੂਜ਼ ਕਿਉਂ ਕਰ ਰਿਹਾ, ਕਿਉਂਕਿ ਲੋਕ ਸਾਨੂੰ ਮੈਂਡੇਟ ਦਿੰਦੇ ਆ 5 ਸਾਲ ਦਾ, ਫਤਵਾ ਦਿੰਦੇ ਆ ਸਾਨੂੰ 5 ਸਾਲ ਦਾ ਵੀ ਆਹ 5 ਸਾਲ 'ਚ ਆਹ ਚੀਜ਼ਾਂ ਤੁਸੀਂ ਕਰਨੀਆਂ। ਤੇ ਉਹਦੇ ਵਿੱਚ ਸਭ ਤੋਂ ਪ੍ਰਮੁੱਖ ਸਾਡਾ ਇਹ ਏਜੰਡਾ ਸੀ, ਇਹ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਹੈ ਉਹਨੂੰ ਕਿਸ ਤਰੀਕੇ ਨਾਲ ਮੂਹਰੇ ਲੋਕਾਂ ਦੇ ਲੈ ਕੇ ਜਾਣਾ, ਪਾਪੀਆਂ ਨੂੰ ਕਿਸ ਤਰੀਕੇ ਨਾਲ ਲੋਕਾਂ ਦੇ ਮੂਹਰੇ ਕੱਢਣਾ ਹੈ, ਉਹ ਸਭ ਤੋਂ ਵੱਡਾ ਸੀ। ਤੇ ਸਾਰੇ ਇਕੱਠੇ ਹੋ ਕੇ ਇਸ ਚੀਜ਼ ਨੂੰ, ਸੱਚਾਈ ਨੂੰ ਕੱਢ ਕੇ ਉਦੋਂ ਉੱਤੇ ਆਪਣੇ ਲਈ ਕੁਝ ਵੀ ਨਹੀਂ ਸੀ, ਸਭ ਗੱਲਾਂ ਪਿੱਛੇ ਆ, ਉਹ ਕੱਢ ਕੇ ਲੈ ਕੇ ਆਈਏ। ਤੇ ਮੈਂ ਸਮਝਦਾ ਗੁਰੂ ਆਪਣੇ ਤੇ ਕਿਰਪਾ ਕਰੂ, ਗੁਰੂ ਮਹਾਰਾਜ ਆਪਣੀ ਜਿੱਤ ਕਰਾਊਗਾ। ਤੇ ਪਰ ਮੂਹਰੇ ਹੋਣਾ ਪੈਣਾ, ਪਿੱਛੇ ਨਹੀਂ। ਇਸ ਵੇਲੇ ਪਿੱਛੇ ਨਹੀਂ, ਮੂਹਰੇ ਆ ਕੇ ਸਾਰੇ ਇਸ ਗੱਲ ਦੀ, ਸਰਕਾਰ ਦੀ ਇਸ ਜਿਹੜਾ ਮੈਂ ਸਮਝਦਾ ਇਸ ਵੇਲੇ ਦੋ ਚਿੱਤੀ ਦੁਬਿਧਾ ਜਿਹੜੀ ਫਸੀ ਹੋਈ ਆ ਉਹ ਚੋਂ ਸਾਰੇ ਆ ਕੇ ਰਲ ਕੇ ਇਹਨੂੰ ਕੱਢੀਏ। ਧੰਨਵਾਦ।